ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸ਼ਾਮ ਕਹੈ ਸੇਤੰਬਰ ਸੁਆਮੀ, ਸਚ ਮਹਿ ਆਛੈ ਸਾਚ ਰਹੇ। ਸਭ ਕੋ ਸਚ ਸਮਾਵੈ, ਰਿਗ ਕਹਿ ਰਹਾ ਭਰਪੂਰ। ਰਾਮ ਨਾਮ ਦੇਵਾ ਮਹਿਸੂਰ, ਨਾਏ ਲੈ ਪ੍ਰਾਛਿਤ ਜਾਹਿ। ਨਾਨਕ ਤਉ ਮੋਖ ਅੰਤਰ ਪਾਹਿ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮਹਿ ਰੰਗ ਕੀਆ। ਕਲ ਮਹਿ ਬੇਦ ਅਥਰਬਣ ਹੂਆ, ਨਾਉ ਖੁਦਾਈ ਅਲਹੋ ਭਇਆ। ਨੀਲ ਬਸਤਰ ਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜ੍ਹੈ ਗੁਣ ਹੈ ਤਿਨ ਚਾਰ ਵਿਚਾਰ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਦੀ ਸਾਧ ਸੰਗਤ ਜੀਓ, ਆਪ ਜੀ ਪ੍ਰਚਾਰਕ ਸੁਚੇਤਨਾ ਸਥਾਨ ਚੈਨਲ ਤੋਂ ਲੜੀਵਾਰ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਇਹ 13ਵੀਂ ਪੌੜੀ ਦਾ ਦੂਸਰਾ ਸ਼ਲੋਕ ਹੈ। ਪਹਿਲੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਜੋ ਯੁੱਗਾਂ ਬਾਰੇ ਵਿਚਾਰ ਦਿੱਤੀ ਹੈ, ਉਹ ਆਪ ਜੀ ਸਰਵਣ ਕਰ ਚੁੱਕੇ ਹੋ। ਗੁਰਮਤਿ ਅਨੁਸਾਰ ਜੋ ਯੁੱਗ ਹਨ ਉਹ ਕੀ ਹਨ, ਆਪ ਜੀ ਨੇ ਪਿਛਲੇ ਸ਼ਲੋਕ ਵਿੱਚ ਵਿਸਥਾਰ ਨਾਲ ਸਮਝਿਆ ਹੈ। ਕਿਉਂਕਿ ਸ਼ਾਸਤਰਾਂ ਅਨੁਸਾਰ, ਸਨਾਤਨ ਮਤ ਦੇ ਅਨੁਸਾਰ ਯੁੱਗਾਂ ਦੀ ਉਮਰ ਮਿਥੀ ਗਈ ਹੈ, ਲੇਕਿਨ ਗੁਰਮਤਿ ਇਸ ਨੂੰ ਬਿਲਕੁਲ ਨਹੀਂ ਮੰਨਦੀ। ਸ਼ਾਸਤਰਾਂ ਅਨੁਸਾਰ ਯੁੱਗ ਦੇ ਬਦਲਣ ਨਾਲ ਸੁਭਾਅ ਬਦਲਦਾ ਹੈ, ਲੇਕਿਨ ਗੁਰਮਤਿ ਅਨੁਸਾਰ ਸੁਭਾਅ ਦੇ ਬਦਲਿਆਂ ਯੁੱਗ ਬਦਲਦਾ ਹੈ। ਸੁਭਾਅ ਬਦਲ ਗਿਆ, ਬਸ ਯੁੱਗ ਬਦਲ ਗਿਆ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਦੂਸਰਾ ਸ਼ਲੋਕ ਹੈ, ਇਸ ਸ਼ਲੋਕ ਦੇ ਵਿੱਚ ਪਹਿਲੇ ਸ਼ਲੋਕ ਦੇ ਭਾਵ ਨੂੰ ਹੀ ਹੋਰ ਜ਼ਿਆਦਾ ਸਪਸ਼ਟ ਕੀਤਾ ਹੈ। ਕਿਉਂਕਿ ਪੁਰਾਣਾਂ ਅਨੁਸਾਰ, ਸ਼ਾਸਤਰਾਂ ਅਨੁਸਾਰ ਜਿਹੜੇ ਯੁੱਗ ਹੋਏ ਨੇ, ਉਹਨਾਂ ਦੇ ਅਵਤਾਰ ਵੀ ਹੋਏ ਹਨ। ਉਹਨਾਂ ਅਵਤਾਰਾਂ ਦੀ ਮਹਿਮਾ ਵੇਦਾਂ ਨੇ ਗਾਈ ਹੈ। ਵੇਦਾਂ ਨੇ ਉਸ ਇੱਕ ਇੱਕ ਯੁੱਗ ਦੇ ਅਵਤਾਰ ਦੀ ਮਹਿਮਾ ਗਾਈ ਹੈ। ਭਾਵ ਇਹ ਹੈ ਕਿ ਉਹਨਾਂ ਯੁੱਗਾਂ ਦੇ ਵਿੱਚ
ਜਿਹੜੇ ਯੁੱਗ ਸ਼ਾਸਤਰਾਂ ਨੇ ਮਿਥੇ ਨੇ, ਜਿਹੜੇ ਯੁੱਗ ਉਮਰ ਦੇ ਵਿੱਚ ਚੱਲਦੇ ਨੇ, ਸਤਯੁਗ ਦੀ ਇੰਨੇ ਲੱਖ ਉਮਰ, ਦੁਆਪਰ ਦੀ ਇੰਨੀ, ਤ੍ਰੇਤੇ ਦੀ ਇੰਨੀ, ਕਲਯੁਗ ਦੀ ਇੰਨੇ ਲੱਖ, ਉਹ ਜੋ ਸਮਾਂ ਬੱਧ ਯੁੱਗ ਨੇ, ਉਮਰ ਬੱਧ ਯੁੱਗ ਨੇ, ਉਹਨਾਂ ਯੁੱਗਾਂ ਦਾ ਇੱਕ ਇੱਕ ਅਵਤਾਰ ਮੰਨਿਆ ਹੈ। ਪਰਮਾਤਮਾ ਦੀ ਗੱਲ ਨਹੀਂ ਕੀਤੀ, ਪਰਮੇਸ਼ਰ ਦੀ ਗੱਲ ਨਹੀਂ ਕੀਤੀ। ਉਹਨਾਂ ਵੇਦਾਂ ਨੇ ਇਹ ਨਹੀਂ ਸਮਝਾਇਆ ਕਿ ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਚਾਹੇ ਕਲਯੁਗ ਹੈ, ਉਹ ਪਰਮਾਤਮਾ ਇੱਕ ਰਸ ਚੱਲਿਆ ਆ ਰਿਹਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਨਾ, ਇਹ ਨਹੀਂ ਸਮਝਾਇਆ। ਭਾਵ ਕਿ ਸ਼ਾਸਤਰਾਂ ਨੇ ਜਿਹੜੇ ਯੁੱਗ ਮਿਥੇ ਨੇ, ਉਹਨਾਂ ਵਿੱਚ ਉਹਨਾਂ ਨੇ ਉਸ ਅਕਾਲ ਪੁਰਖ ਦੀ ਹੋਂਦ ਨੂੰ ਨਹੀਂ ਪ੍ਰਗਟਾਇਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਨਹੀਂ ਕੀਤੀ। ਸਗੋਂ ਉਹਨਾਂ ਯੁੱਗਾਂ ਦੇ ਅਵਤਾਰੀ ਪੁਰਸ਼ਾਂ ਦੀ ਗੱਲ ਕੀਤੀ ਹੈ। ਅਵਤਾਰੀ ਪੁਰਸ਼ਾਂ ਦੀ, ਕਿ ਸਤਯੁਗ ਵਿੱਚ ਇਹ ਅਵਤਾਰ ਹੋਇਆ, ਤ੍ਰੇਤੇ ਵਿੱਚ ਇਹ ਅਵਤਾਰ ਹੋਇਆ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਯੁੱਗ ਬਾਰੇ ਸਾਨੂੰ ਸਮਝਾਇਆ, ਉੱਥੇ ਸਤਿਗੁਰੂ ਜੀ ਨੇ ਸਾਨੂੰ ਇਹ ਵੀ ਸਮਝਾਇਆ ਕਿ ਉਹ ਜੋ ਪ੍ਰਮਾਤਮਾ ਹੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਲ ਜੁੜਿਆਂ ਹੀ ਅਸੀਂ ਮੋਕਸ਼ ਪਦ ਪਾ ਸਕਦੇ ਹਾਂ। ਕਿਉਂਕਿ ਸਤਿਗੁਰੂ ਜੀ ਨੇ ਜਦੋਂ ਯੁੱਗਾਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ, ਤੇ ਫਿਰ ਉੱਥੇ ਅਵਤਾਰਾਂ ਦੀ ਪੂਜਾ ਨੂੰ ਕੋਈ ਥਾਂ ਹੀ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਯੁੱਗ ਬਦਲਣ ਦੇ ਨਾਲ ਤੇਰਾ ਸੁਭਾਅ ਨਹੀਂ ਬਦਲਣਾ। ਜੇ ਇੱਦਾਂ ਹੋਵੇ, ਫਿਰ ਸਤਿਯੁਗ ਦੇ ਵਿੱਚ ਹਰਣਾਕਸ਼ ਵੀ ਹੋਇਆ ਤੇ ਪ੍ਰਹਿਲਾਦ ਵੀ ਹੋਇਆ। ਜੇ ਵਾਕਈ ਯੁੱਗ ਦੇ ਨਾਲ ਸੁਭਾਅ ਬਦਲਦਾ ਹੈ, ਫਿਰ ਹਰਣਾਕਸ਼ ਦਾ ਸੁਭਾਅ ਕਿਉਂ ਨਾ ਬਦਲਿਆ? ਤ੍ਰੇਤੇ ਵਿੱਚ ਜੇ ਰਾਮ ਜੀ ਹੋਏ ਨੇ ਤੇ ਰਾਵਣ ਵੀ ਹੋਇਆ ਹੈ, ਤੇ ਫਿਰ ਰਾਵਣ ਦਾ ਸੁਭਾਅ ਰਾਮ ਜੀ ਨਾਲ ਕਿਉਂ ਨਹੀਂ ਸੀ ਮਿਲਦਾ? ਦੁਆਪਰ ਵਿੱਚ ਜੇ ਕ੍ਰਿਸ਼ਨ ਜੀ ਹੋਏ ਤੇ ਵਿਕਾਸ ਵੀ ਹੋਇਆ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਨੇ, ਯੁੱਗ ਬਦਲਣ ਦੇ ਨਾਲ ਤੁਹਾਡਾ ਆਪਣਾ ਉਮਰ ਬੱਧ, ਸਮਾਂ ਬੱਧ ਕਲਪੇ ਹੋਏ ਯੁੱਗ ਦੇ ਨਾਲ ਕੋਈ ਸੁਭਾਅ ਨਹੀਂ ਬਦਲਦਾ, ਸਗੋਂ ਸੁਭਾਅ ਦੇ ਬਦਲਿਆਂ ਯੁੱਗ ਬਦਲਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜੋ ਗੁਰਮਤਿ ਅਨੁਸਾਰ ਯੁੱਗ ਹੈ, ਉਹਦੇ ਵਿੱਚ ਤੇ ਪ੍ਰਮਾਤਮਾ ਹੀ ਸਰਬ ਵਿਆਪਕ ਹੈ, ਕਿਸੇ ਅਵਤਾਰ ਦੀ ਪੂਜਾ ਨਹੀਂ ਹੈ। ਸਤਿਗੁਰੂ ਜੀ ਨੇ ਸਮਝਾਇਆ, ਨਾ ਅਸੀਂ ਉਹਨਾਂ ਯੁੱਗਾਂ ਨੂੰ ਮੰਨਦੇ ਹਾਂ, ਨਾ ਅਸੀਂ ਉਹਨਾਂ ਅਵਤਾਰੀ ਪੁਰਸ਼ਾਂ ਨੂੰ ਮੰਨਦੇ ਹਾਂ। ਸਾਡੇ ਅਨੁਸਾਰ ਉਹਨਾਂ ਤੋਂ ਭਿੰਨ ਨੇ ਸਾਡੇ ਯੁੱਗ, ਭਾਵ ਕਿ ਸੁਭਾਅ ਦੇ ਬਦਲਿਆਂ ਹੀ ਯੁੱਗ ਬਦਲਦਾ। ਇਸ ਲਈ ਸਾਡੇ ਅਨੁਸਾਰ ਕਿਸੇ ਅਵਤਾਰੀ ਪੁਰਸ਼ ਦੀ ਪੂਜਾ ਕੀਤਿਆਂ ਮੋਕਸ਼ ਨਹੀਂ ਮਿਲਣਾ। ਸਾਡੇ ਅਨੁਸਾਰ ਤੇ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੀ ਮੋਕਸ਼ ਪਦ ਮਿਲਣਾ ਹੈ। ਸਤਿਗੁਰੂ ਜੀ ਨੇ ਜਿੱਥੇ ਪਿਛਲੇ ਸ਼ਲੋਕ ਵਿੱਚ ਯੁੱਗਾਂ ਬਾਰੇ ਸਮਝਾਇਆ, ਹੁਣ ਸਤਿਗੁਰੂ ਜੀ ਸਾਨੂੰ ਇਸ ਸ਼ਲੋਕ ਦੇ ਵਿੱਚ ਬਹੁਤ ਹੀ ਵਿਸਥਾਰ ਦੇ ਨਾਲ ਸਮਝਾਉਂਦੇ ਨੇ। ਸ਼ਾਮ ਕਹੈ ਸੇਤੰਬਰ ਸੁਆਮੀ, ਸੱਚ ਮਹਿ ਆਛੈ ਸਾਚ ਰਹੇ। ਸ਼ਾਮ ਤੀਜਾ ਵੇਦ, ਪਹਿਲੇ ਦੋ ਰਿਗ ਅਤੇ ਯਜੁਰਵੇਦ ਹਨ। ਇਹ ਸ਼ਾਮ ਇੱਕ ਤੀਸਰਾ ਵੇਦ ਹੈ। ਗੁਰੂ ਜੀ ਕਹਿੰਦੇ ਨੇ, ਸ਼ਾਮ ਵੇਦ ਆਖਦਾ ਹੈ ਕਿ ਭਾਵ ਸਤਯੁਗ ਵਿੱਚ ਜਗਤ ਦੇ ਮਾਲਕ ਸੁਆਮੀ ਦਾ ਨਾਮ ਸਿਤੰਬਰ ਪ੍ਰਸਿੱਧ ਹੈ। ਭਾਵ ਤਦੋਂ ਰੱਬ ਨੂੰ ਸਿਤੰਬਰ ਮੰਨ ਕੇ ਪੂਜਾ ਹੋ ਰਹੀ ਸੀ, ਜੋ ਸਦਾ ਸੱਚ ਵਿੱਚ ਟਿਕਿਆ ਰਹਿੰਦਾ ਹੈ।
ਭਾਵ ਇਹ ਹੈ ਕਿ ਸਾਮਵੇਦ ਕਹਿੰਦਾ ਹੈ ਕਿ ਸਤਯੁਗ ਦੇ ਵਿੱਚ ਜੋ ਅਵਤਾਰ ਸੀ ਉਹ ਸਿਤੰਬਰ ਸੀ, ਚਿੱਟੇ ਕੱਪੜਿਆਂ ਵਾਲਾ, ਚਿੱਟੇ ਬਸਤਰ ਪਹਿਨਦਾ ਸੀ। ਉਹ ਸੱਚ ਵਿੱਚ ਰਹਿੰਦਾ ਸੀ, ਸੱਚ ਵਿੱਚ ਟਿਕਿਆ ਹੋਇਆ ਸੀ। ਭਾਵ ਸਚਾਈ ਪਸੰਦ ਸੀ। ਬੜੀ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਪਰ ਅਵਤਾਰ ਸੀ। ਇੱਥੇ ਗੱਲ ਪ੍ਰਮਾਤਮਾ ਦੀ ਨਹੀਂ ਹੋ ਰਹੀ, ਇੱਕ ਅਵਤਾਰ ਦੀ ਹੋ ਰਹੀ ਹੈ। ਜਦ ਕਿ ਗੁਰਬਾਣੀ ਵਿੱਚ ਸਪਸ਼ਟ ਹੈ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰੀ ਪੂਜਾ ਨੂੰ ਗੁਰਮਤ ਵਿੱਚ ਕੋਈ ਥਾਂ ਨਹੀਂ। ਗੁਰੂ ਜੀ ਕਹਿੰਦੇ ਨੇ ਸਭ ਕੋ ਸੱਚ ਸਮਾਵੈ, ਤਦੋਂ ਹਰੇਕ ਜੀਵ ਸੱਚ ਵਿੱਚ ਲੀਨ ਹੁੰਦਾ ਹੈ। ਸਤਯੁਗ ਰਥ ਸੰਤੋਖ ਕਾ ਧਰਮ ਗਿਰਥਵਾ, ਜਦੋਂ ਆਮ ਤੌਰ ਤੇ ਹਰੇਕ ਜੀਵ ਸੱਚ ਵਿੱਚ, ਧਰਮ ਵਿੱਚ ਦ੍ਰਿੜ ਸੀ, ਤਦੋਂ ਸਤਯੁਗ ਵਰਤ ਰਿਹਾ ਸੀ। ਭਾਵ ਇਹ ਹੈ ਕਿ ਜਦੋਂ ਸਤਯੁਗ ਦਾ ਅਵਤਾਰ ਹੀ ਸੱਚ ਵਿੱਚ ਟਿਕਿਆ ਹੋਇਆ ਸੀ, ਉਦੋਂ ਹਰ ਕੋਈ ਸੱਚ ਵਿੱਚ ਸਮਾਇਆ ਸੀ। ਹਰ ਕਿਸੇ ਨੂੰ ਸੱਚ ਚੰਗਾ ਲੱਗਦਾ ਸੀ, ਹਰ ਕੋਈ ਸੱਚ ਪਸੰਦ ਕਰਦਾ ਸੀ। ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਪਰ ਰੱਬ ਦੀ ਗੱਲ ਨਹੀਂ ਹੋ ਰਹੀ। ਇਹ ਸੱਚ ਕੁਝ ਗਿਣੇ ਮਿਣੇ ਸਮੇਂ ਦਾ ਹੈ। ਇਹ ਸੱਚ ਕੁਝ ਸਮੇਂ ਦਾ ਪਾਬੰਦ ਹੈ। ਇਹ ਸਦੀਵੀ ਸੱਚ ਨਹੀਂ ਹੈ। ਇਹ ਉਹ ਸੱਚ ਨਹੀਂ ਜੋ ਨਿਰੰਤਰ ਹੈ, ਜੋ ਆਦਿ ਸੱਚ, ਜੁਗਾਦ ਸੱਚ ਹੈ, ਉਹ ਨਹੀਂ। ਇਹ ਤੇ ਗਿਣਤੀ ਮਿਣਤੀ ਦੇ ਸਮੇਂ ਦਾ ਪਾਬੰਦ ਸੱਚ ਹੈ, ਥੋੜ੍ਹੇ ਸਮੇਂ ਦਾ ਸੱਚ ਹੈ। ਹਾਂ ਠੀਕ ਹੈ, ਲੱਖਾਂ ਸਾਲਾਂ ਦਾ ਹੋ ਸਕਦਾ, ਪਰ ਸਮੇਂ ਦਾ ਪਾਬੰਦ ਸੱਚ ਹੈ। ਹੁਣ ਗੁਰੂ ਜੀ ਤ੍ਰੇਤੇ ਦੀ ਗੱਲ ਕਰਦੇ ਨੇ। ਰਿਗ ਕਹਿ ਰਿਹਾ ਭਰਪੂਰ। ਰਿਗਵੇਦ ਆਖਦਾ ਹੈ ਕਿ ਭਾਵ ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮ ਜੀ ਦਾ ਨਾਮ ਹੀ ਸਾਰੇ ਸਭ ਥਾਈਂ ਵਿਆਪਕ ਹੈ, ਕਿਉਂਕਿ ਤ੍ਰੇਤੇ ਦੇ ਅਵਤਾਰ ਹੋਏ ਨੇ ਰਾਮਚੰਦਰ ਜੀ। ਤੇ ਜਿਹੜਾ ਰਿਗਵੇਦ ਵਿਆਖਿਆ ਕਰ ਰਿਹਾ ਹੈ, ਉਹ ਇੱਕ ਅਵਤਾਰ ਦੀ ਕਰ ਰਿਹਾ, ਜਿਸ ਤਰ੍ਹਾਂ ਸ਼ਾਮ ਸਿਤੰਬਰ ਦੀ ਕਰਦਾ ਸੀ। ਰਿਗਵੇਦ ਹੁਣ ਤ੍ਰੇਤੇ ਦੇ ਅਵਤਾਰ ਰਾਮ ਜੀ ਦੀ ਕਰਦਾ ਹੈ। ਪਰਮਾਤਮਾ ਦੀ ਗੱਲ ਇਹ ਵੀ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਤ੍ਰੇਤੇ ਵਿੱਚ ਰਾਮ ਜੀ ਹੀ ਸਭ ਥਾਈਂ ਵਿਆਪਕ ਸਨ। ਉਹ ਦਸ਼ਰਥ ਦੇ ਪੁੱਤਰ ਰਾਮ ਜੀ, ਰਘੂਕੁਲ ਵਾਲੇ ਰਾਮ ਜੀ। ਇੱਥੇ ਪਰਮਾਤਮਾ ਨੂੰ ਰਾਮ ਨਹੀਂ ਕਿਹਾ ਗਿਆ। ਰਾਮ ਨਾਮ ਦੇਵਾ ਮਹਿਸੂਰ। ਰਾਮ ਨਾਮ, ਸ੍ਰੀ ਰਾਮ ਜੀ ਦਾ ਨਾਮ ਦੇਵਾ ਮਹਿ, ਦੇਵਤਿਆਂ ਵਿੱਚ, ਸੂਰ ਸੂਰਜ। ਰਾਮ ਨਾਮ ਦੇਵਾ ਮਹਿਸੂਰ। ਸ੍ਰੀ ਰਾਮ ਜੀ ਦਾ ਨਾਮ ਦੇਵਤਿਆਂ ਵਿੱਚ ਸੂਰਜ ਵਾਂਗ ਚਮਕਦਾ ਹੈ। ਨਾਏ ਲੈ ਪ੍ਰਾਸ਼ਿਤ ਜਾਹਿ। ਨਾਏ ਲੈ, ਜੇ ਨਾਮ ਜਪੀਏ, ਭਾਵ ਕਿ ਰਾਮਚੰਦਰ ਜੀ ਦਾ ਨਾਮ। ਪ੍ਰਾਸ਼ਿਤ ਪਾਪ, ਸ੍ਰੀ ਰਾਮ ਜੀ ਦਾ ਨਾਮ ਲਿਆ ਹੀ ਪਾਪ ਦੂਰ ਹੋ ਜਾਂਦੇ ਹਨ। ਇੱਥੇ ਸਰਬ ਵਿਆਪੀ ਰਾਮ ਦੀ ਗੱਲ ਨਹੀਂ ਹੋ ਰਹੀ। ਇੱਥੇ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਦੀ ਗੱਲ ਹੋ ਰਹੀ ਹੈ। ਕਿ ਰਿਗਵੇਦ ਕਹਿੰਦਾ ਹੈ ਕਿ ਤ੍ਰੇਤੇ ਵਿੱਚ ਰਾਮਚੰਦਰ ਜੀ ਦਾ ਨਾਮ ਜਪਿਆਂ ਪਾਪ ਦੂਰ ਹੋ ਜਾਂਦੇ ਨੇ। ਇਹ ਉਸ ਸਮੇਂ ਦੀ ਗੱਲ ਹੈ। ਇਹ ਸਮੇਂ ਦੀ ਪਾਬੰਦ ਬਾਤ ਹੈ। ਨਾਨਕ ਤਉ ਮੋਖ ਅੰਤਰ ਪਾਏ। ਇਹ ਨਾਨਕ, ਰਿਗਵੇਦ ਆਖਦਾ ਹੈ ਕਿ ਜੀਵ ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਭਾਵ ਕਿ ਜੋ ਰਿਗਵੇਦ ਹੈ ਉਹ ਕਹਿੰਦਾ ਹੈ ਕਿ ਤ੍ਰੇਤੇ ਵਿੱਚ ਰਾਮ ਜੀ ਹੋਏ ਨੇ। ਰਾਮ ਜੀ ਦਾ ਨਾਮ ਦੇਵਤਿਆਂ ਵਿੱਚ ਸੂਰਜ ਵਾਂਗ ਚਮਕਦਾ ਸੀ। ਉਹਨਾਂ ਦਾ ਨਾਮ ਲਿਆ ਪਾਪ ਚਲੇ ਜਾਂਦੇ ਨੇ। ਉਹਨਾਂ ਦਾ ਨਾਮ ਲਿਆ ਮੋਕਸ਼ ਪਦ ਮਿਲਦਾ ਹੈ। ਗੱਲ ਰਾਮਚੰਦਰ ਜੀ ਦੀ ਹੋ ਰਹੀ ਹੈ। ਗੱਲ ਅਵਤਾਰੀ ਪੁਰਸ਼ ਦੀ ਹੋ ਰਹੀ ਹੈ। ਗੱਲ ਸਮੇਂ ਦੀ ਪਾਬੰਦੀ ਦੇ ਵਿੱਚ ਰਹਿ ਕੇ ਹੋ ਰਹੀ ਹੈ। ਹੁਣ ਅੱਗੇ ਕਿਰਪਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ। ਜੋਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਜੁਜ ਯਜੁਰਵੇਦ। ਮਹਿ, ਮਹਿ ਤੋਂ ਭਾਵ ਹੈ ਦੁਆਪਰ ਵਿੱਚ, ਕਿਉਂਕਿ ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ ਯਾਦਵ ਕੁਲ ਵਿੱਚ। ਜ਼ੋਰ ਜ਼ੋਰ ਨਾਲ, ਧੱਕੇ ਨਾਲ ਜਾਦਮ, ਜਾਦ ਕੁਲ ਵਿੱਚ ਪੈਦਾ ਹੋਇਆ ਸ੍ਰੀ ਕ੍ਰਿਸ਼ਨ। ਯਜੁਰਵੇਦ ਵਿੱਚ ਭਾਵ ਦੁਆਪਰ ਵਿੱਚ
ਜਗਤ ਦੇ ਮਾਲਕ ਦਾ ਨਾਮ ਸਾਂਵਲ ਜਾਦਮ ਕ੍ਰਿਸ਼ਨ ਪ੍ਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦਰਾਵਲੀ ਨੂੰ ਛਲ ਲਿਆਂਦਾ। ਭਾਵ ਇਹ ਹੈ ਕਿ ਜੋ ਯਜੁਰਵੇਦ ਹੈ ਉਹ ਦੁਆਪਰ ਦੇ ਅਵਤਾਰ ਸ੍ਰੀ ਰਾਮ ਜੀ ਦੀ ਗੱਲ ਕਰਦਾ ਹੈ। ਕਹਿੰਦਾ ਰਾਮ ਜੀ ਜਿਨ੍ਹਾਂ ਨੇ ਚੰਦਰਾਵਲ ਨੂੰ ਛਲਿਆ ਸੀ, ਫਿਰ ਚੰਦਰਾਵਲ ਨੂੰ ਛਲ ਕੇ ਪਾਰਜਾਤ ਗੋਪੀ ਲੈ ਆਇਆ, ਬਿੰਦਰਾਵਨ ਮਹਿ ਰੰਗ ਕੀਆ। ਪਾਰਜਾਤ ਇੰਦਰ ਦੇ ਬਾਗ ਨੰਦਨ ਵਿੱਚ 5 ਸ੍ਰੇਸ਼ਟ ਰੁੱਖਾਂ ਵਿੱਚੋਂ ਇੱਕ ਦਾ ਨਾਮ ਪਾਰਜਾਤ ਹੈ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਤਦੋਂ ਉਸ ਵਿੱਚੋਂ 14 ਰਤਨ ਨਿਕਲੇ, ਜਿਨ੍ਹਾਂ ਵਿੱਚੋਂ ਇੱਕ ਪਾਰਜਾਤ ਰੁੱਖ ਸੀ। ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ ਵਿੱਚੋਂ ਪੁੱਟ ਕੇ ਲੈ ਆਂਦਾ ਤੇ ਆਪਣੀ ਪਿਆਰੀ ਸਤਭਾਮਾ ਦੇ ਬਾਗ ਵਿੱਚ ਲਾ ਦਿੱਤਾ। ਇਹ ਸਤਭਾਮਾ ਰਾਜਾ ਸ਼ਤਰਾਜਿਤ ਦੀ ਧੀ ਤੇ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਇਸਤਰੀ ਸੀ। ਇੰਦਰ ਦੇ ਬਾਗ ਨੰਦਨ ਵਿੱਚ 5 ਵਧੀਆ ਜਾਤੀ ਦੇ ਰੁੱਖ ਦੱਸੇ ਗਏ ਹਨ। ਉਹ 5 ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ ਰੁੱਖ ਤੇ ਹਰੀ ਚੰਦਨ। ਚੰਦਰਾਵਲ ਇੱਕ ਗੋਪੀ ਦਾ ਨਾਮ ਸੀ। ਇਹ ਰਾਧਾ ਦੀ ਚਚੇਰੀ ਭੈਣ ਸੀ। ਰਾਧਾ ਦੇ ਪਿਤਾ ਬ੍ਰਿਖਭਾਨ ਦੇ ਜੇਠੇ ਭਰਾ ਚੰਦਰਭਾਨ ਦੀ ਇਹ ਲੜਕੀ ਸੀ। ਚੰਦਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ। ਗੋਪੀ ਸਤਭਾਮਾ ਗੋਪੀ ਦੇ ਵਾਸਤੇ ਗੁਰੂ ਜੀ ਕਹਿੰਦੇ ਨੇ ਪਾਰ ਜਾਤ ਗੋਪੀ ਲਿਆ, ਜਿਸ ਨੇ ਆਪਣੀ ਗੋਪੀ ਸਤਭਾਮਾ ਦੀ ਖਾਤਰ ਪਾਰਜਾਤ ਰੁੱਖ ਇੰਦਰ ਦੇ ਬਾਗ ਵਿੱਚੋਂ ਲੈ ਆਉਂਦਾ ਅਤੇ ਜਿਸ ਨੇ ਬਿੰਦਰਾਵਨ ਵਿੱਚ ਕੌਤਕ ਕੀਤਾ। ਇਹ ਹੈ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਦੀ ਬਾਤ। ਇਸ ਤੋਂ ਅੱਗੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਲਯੁਗ ਦੀ ਗੱਲ ਕਰਦੇ ਨੇ। ਕਲ ਮੈਂ ਬੇਦ ਅਥਰਵਣ ਹੁਆ, ਨਾਉ ਖੁਦਾਈ ਅਲਹੋ ਭਇਆ। ਕਲ ਮੈਂ ਕਲਯੁਗ ਵਿੱਚ ਅਲਹੋ ਅੱਲਾਹ ਰੱਬ, ਕਲਯੁਗ ਵਿੱਚ ਅਥਰਵਣ ਵੇਦ ਪ੍ਰਧਾਨ ਹੋ ਗਿਆ ਹੈ। ਜਗਤ ਦੇ ਮਾਲਕ ਦਾ ਨਾਮ ਖੁਦਾਏ ਤੇ ਅਲਹੋ ਵੱਜਣ ਲੱਗ ਪਿਆ ਹੈ। ਭਾਵ ਇਹ ਹੈ ਕਿ ਕਲਯੁਗ ਦੇ ਵਿੱਚ ਕੋਈ ਖਾਸ ਪੈਗੰਬਰ ਨਹੀਂ, ਕੋਈ ਖਾਸ ਅਵਤਾਰ ਨਹੀਂ ਸ਼ਾਸਤਰਾਂ ਨੇ ਮੰਨਿਆ। ਸਤਿਗੁਰੂ ਜੀ ਕਹਿੰਦੇ ਨੇ ਕਲਯੁਗ ਦੇ ਵਿੱਚ ਇਸਲਾਮ ਦਾ ਪ੍ਰਭਾਵ ਵੱਧ ਗਿਆ ਤੇ ਅੱਲ੍ਹੋ ਖੁਦਾ ਇਹ ਨਾਮ ਪ੍ਰਸਿੱਧ ਹੋ ਗਿਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਅਮਲ ਹੁਕਮ ਰਾਜ, ਤੁਰਕ ਪਠਾਣੀ ਤੁਰਕਾਂ ਪਠਾਣਾਂ ਦਾ ਭਾਵ ਕਿ ਇਸਲਾਮ ਦਾ ਰਾਜ ਦੁਨੀਆ ਤੇ ਹੋ ਗਿਆ। ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ। ਭਾਵ ਇਹ ਹੈ ਕਿ ਕਲਯੁਗ ਦੇ ਵਿੱਚ ਇਸਲਾਮ ਦਾ ਪ੍ਰਭਾਵ ਹੋਣ ਕਰਕੇ ਅੱਲਾਹ ਖੁਦਾ ਇਹ ਨਾਮ ਹੀ ਮੋਕਸ਼ ਦਾ ਮੂਲ ਮੰਨੇ ਗਏ। ਰੱਬ ਦੀ ਗੱਲ, ਪਰਮਾਤਮਾ ਦੀ ਗੱਲ, ਉਹ ਸਰਬ ਸਾਂਝੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ, ਸਰਬ ਵਿਆਪਕ ਪਰਮਾਤਮਾ ਦੀ ਗੱਲ ਨਹੀਂ। ਇੱਥੇ ਵੀ ਇੱਕ ਆਪਣਾ ਚੁਣਿਆ ਹੋਇਆ, ਆਪਣਾ ਇੱਕ ਮਿਥਿਆ ਹੋਇਆ ਕਿ ਇਹੀ ਨਾਮ ਲੈਣਾ ਹੈ, ਉਹ ਪਰਮਾਤਮਾ। ਗੁਰੂ ਜੀ ਕਹਿੰਦੇ ਨੇ ਚਾਰੇ ਵੇਦ ਹੋਏ ਸਚਿਆਰ। ਚਾਰੇ ਵੇਦ ਸੱਚੇ ਹੋ ਗਏ ਹਨ। ਭਾਵ ਚੌਹਾਂ ਹੀ ਯੁੱਗਾਂ ਵਿੱਚ ਜਗਤ ਦੇ ਮਾਲਕ ਦਾ ਨਾਮ ਵੱਖੋ ਵੱਖਰਾ ਵੱਜਦਾ ਰਿਹਾ ਹੈ। ਹਰੇਕ ਸਮੇਂ ਇਹੀ ਖਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ ਸਤੰਬਰ ਰਾਮ ਕ੍ਰਿਸ਼ਨ ਤੇ ਅੱਲੋ ਆ ਕੇ ਜਪੇਗਾ ਉਹ ਮੁਕਤੀ ਪਾਏਗਾ। ਭਾਵ ਇਹ ਹੈ ਕਿ ਚਾਰੇ ਯੁੱਗਾਂ ਦੇ ਰੱਬ ਵੀ ਚਾਰ ਹੀ ਮੰਨ ਲੈ। ਪਹਿਲੇ ਯੁੱਗ ਦਾ ਰੱਬ, ਸਤਯੁਗ ਦਾ ਰੱਬ ਸਤੰਬਰ ਮੰਨ ਲਿਆ, ਤ੍ਰੇਤੇ ਦੇ ਰਾਮ ਜੀ ਨੂੰ ਮੰਨ ਲਿਆ, ਦੁਆਪਰ ਵਿੱਚ ਕ੍ਰਿਸ਼ਨ ਜੀ ਨੂੰ ਮੰਨ ਲਿਆ, ਕਲਯੁਗ ਵਿੱਚ ਅੱਲਾਹ ਖੁਦਾ, ਬਸ ਉਸਨੂੰ ਹੀ ਰੱਬ ਮੰਨ ਲਿਆ।
ਗੁਰੂ ਜੀ ਕਹਿੰਦੇ ਨੇ ਚਾਰੇ ਵੇਦ ਸੱਚੇ ਹੋ ਗਏ, ਪਰ ਉਸ ਸਤ ਸਰੂਪ ਪਰਮੇਸ਼ਰ ਵਾਹਿਗੁਰੂ ਦੀ ਗੱਲ ਕਿਸੇ ਨੇ ਵੀ ਨਹੀਂ ਕੀਤੀ। ਇੱਕ ਰਸ ਹਰ ਸਮੇਂ ਨਿਰੰਤਰ ਚੱਲਣ ਵਾਲੇ ਪਰਮੇਸ਼ਰ ਦੀ ਬਾਤ ਕਿਸੇ ਨੇ ਵੀ ਨਹੀਂ ਕੀਤੀ। ਉਹ ਪਰਮਾਤਮਾ ਜਿਹੜਾ ਅਰਬਦ ਨਰਬਦ ਧੁੰਦੋ ਕਾਰਾ, ਧਰਨ ਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਇਆ। ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਉਹ ਪਰਮਾਤਮਾ ਸੁਨ ਸਮਾਧੀ ਵਿੱਚ ਸੀ। ਉਹਦੀ ਬਾਤ ਕਿਸੇ ਨੇ ਨਹੀਂ ਕੀਤੀ, ਉਹਦੀ ਗੱਲ ਕਿਸੇ ਨੇ ਨਹੀਂ ਕੀਤੀ। ਗੁਰੂ ਜੀ ਕਹਿੰਦੇ ਨੇ ਪੜ੍ਹ ਹੈ ਗੁਣ ਹੈ ਤਿੰਨ ਚਾਰ ਵਿਚਾਰ। ਪੜ੍ਹ ਹੈ ਜੋ ਪੜ੍ਹਦੇ ਹਨ, ਗੁਣ ਹੈ ਜੋ ਵਿਚਾਰਦੇ ਹਨ, ਤਿੰਨ ਵਿਚਾਰ ਉਹਨਾਂ ਦੇ ਵਿਚਾਰ, ਚਾਰ ਵਿਚਾਰ ਸੁੰਦਰ ਵਿਚਾਰ। ਭਾਵ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, ਭਾਵ ਆਪੋ ਆਪਣੇ ਸਮੇਂ ਵਿੱਚ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ, ਉਹ ਹੋਏ ਵੀ ਚੰਗੀਆਂ ਜੁਗਤੀਆਂ ਚਾਰ ਸੁੰਦਰ ਵਿਚਾਰ ਦਲੀਲ ਜੁਗਤੀ ਵਾਲੇ ਹਨ। ਭਾਵ ਜਿਨ੍ਹਾਂ ਨੇ ਚਾਰ ਵੇਦਾਂ ਨੂੰ ਪੜ੍ਹਿਆ ਉਹ ਬੜੀਆਂ ਉਕਤੀਆਂ ਜੁਗਤੀਆਂ ਵਾਲੇ ਸਨ, ਉਹਨਾਂ ਦੇ ਵਿਚਾਰ ਬੜੇ ਚੰਗੇ ਸਨ, ਆਪਣੇ ਲਿਹਾਜ਼ ਦੇ ਵਿੱਚ ਠੀਕ ਸਨ। ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦਾ ਕੋਈ ਖੰਡਨ ਨਹੀਂ ਕਰਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਨਿਰਾਲਾ ਪੰਥ ਹੈ। ਕਿਉਂਕਿ ਕਿਸੇ ਨੂੰ ਪਿਛਾਂ ਕਰਕੇ ਅੱਗੇ ਆਉਣਾ ਗੱਲ ਕੁਛ ਹੋਰ ਹੁੰਦੀ ਹੈ, ਕਿਸੇ ਚੱਲਦੇ ਹੋਏ ਤੋਂ ਅੱਗੇ ਨਿਕਲ ਜਾਣਾ ਗੱਲ ਕੁਛ ਹੋਰ ਹੁੰਦੀ ਹੈ, ਕਿਸੇ ਨੂੰ ਠਿੱਬੀ ਦੇ ਕੇ ਕਿਸੇ ਨੂੰ ਸੁੱਟ ਕੇ ਅੱਗੇ ਨਿਕਲਣਾ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਹੈ ਤੁਸੀਂ ਜਿੰਨੀ ਚਾਲ ਨਾਲ ਚੱਲ ਰਹੇ ਹੋ ਚੱਲੀ ਚੱਲੋ, ਤੁਸੀਂ ਜਿੰਨੀ ਰਫ਼ਤਾਰ ਨਾਲ ਚੱਲਦੇ ਹੋ ਜਿਵੇਂ ਚੱਲਦੇ ਹੋ ਚੱਲੀ ਚੱਲੋ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਉਹ ਅਲੱਗ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਵੱਖਰੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਇਹਨਾਂ ਚਾਰ ਵੇਦਾਂ ਨੂੰ ਪੜ੍ਹਿਆ, ਗੁਣਿਆ, ਵਿਚਾਰਿਆ, ਉਹਨਾਂ ਦੀ ਵਿਚਾਰ ਬੜੀ ਚੰਗੀ ਹੈ। ਉਹਨਾਂ ਨੇ ਜੋ ਆਪਣੇ ਵਿਚਾਰ ਦਿੱਤੇ ਨੇ ਉਹਨਾਂ ਦੇ ਮੁਤਾਬਕ ਬਿਲਕੁਲ ਠੀਕ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਜੋ ਅਸਲੀਅਤ ਹੈ, ਜੋ ਸਚਾਈ ਹੈ, ਉਹ ਇਹ ਹੈ ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਗੁਰੂ ਜੀ ਕਹਿੰਦੇ ਨੇ ਹੇ ਨਾਨਕ, ਜਦੋਂ ਮਨੁੱਖ ਪ੍ਰੇਮ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਹੈ, ਭਾਵ ਹੰਕਾਰ ਤੋਂ ਬਚਿਆ ਰਹਿੰਦਾ ਹੈ, ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ। ਭਾਵ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਡੇ ਮਤ ਅਨੁਸਾਰ ਕੋਈ ਕਿਸੇ ਅਵਤਾਰੀ ਪੁਰਸ਼ ਦਾ ਨਾਮ ਜਪ ਕੇ ਮੋਕਸ਼ ਪਦ ਨਹੀਂ ਪਾ ਸਕਦਾ। ਸਾਡੇ ਅਨੁਸਾਰ ਤੇ ਉਹੀ ਮੋਕਸ਼ ਪਦ ਨੂੰ ਪਹੁੰਚਦਾ ਹੈ ਜਿਹੜਾ ਪ੍ਰੇਮਾ ਭਗਤੀ ਕਰਦਾ ਹੈ ਤੇ ਨਿਮਰਤਾ ਵਿੱਚ ਰਹਿੰਦਾ ਹੈ। ਭਾਵ ਜਿਸ ਦੇ ਅੰਦਰ ਪ੍ਰੇਮ ਹੈ ਤੇ ਜਿਸ ਦੇ ਅੰਦਰ ਨਿਮਰਤਾ ਹੈ, ਜੋ ਪਰਮਾਤਮਾ ਦੀ ਬਣਾਈ ਖਲਕਤ ਨਾਲ ਪਿਆਰ ਕਰਦਾ ਹੈ, ਜੋ ਪਰਮਾਤਮਾ ਦੇ ਬਣਾਏ ਜੀਵਾਂ ਨਾਲ ਪਿਆਰ ਕਰਦਾ ਹੈ, ਜਿਹੜਾ ਕਹਿੰਦਾ ਹੈ ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹੜਾ ਇਸ ਅਵਸਥਾ ਤੇ ਚਲਾ ਗਿਆ ਹੈ, ਉਹ ਅਵਸਥਾ ਜਿਸ ਅਵਸਥਾ ਦਾ ਜ਼ਿਕਰ ਭਗਤ ਕਬੀਰ ਕਰਦੇ ਨੇ, ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾ। ਜਿਹੜਾ ਇਸ ਅਵਸਥਾ ਤੇ ਚਲਾ ਗਿਆ ਹੈ, ਬਸ ਉਹੀ ਮੋਕਸ਼ ਪਦ ਨੂੰ ਪਹੁੰਚਦਾ ਹੈ, ਉਹੀ ਜਨਮ ਮਰਨ ਤੋਂ ਮੁਕਤੀ ਪਾਉਂਦਾ ਹੈ, ਉਹੀ ਪ੍ਰਮਾਤਮਾ ਦੇ ਵਿੱਚ ਲੀਨਤਾ ਹਾਸਲ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਲੋਕ ਦੀ ਵਿਚਾਰ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।